देश दुनिया की हर वड्डी खबर के लिए हुणे डाउनलोड करो नंबर 1 न्यूज़ ऐप दैनिक सवेरा टाइम्स। ਇਹ ਤਾਂ ਵੇਖੋ ਜੀ ਉਹ ਲੋਕ ਨੇ ਜਿਨ੍ਹਾਂ ਨੇ 9-9 ਮਹੀਨੇ ਘੇਰੇ ਪਵਾ ਕੇ 40 ਬੰਦਿਆਂ ਨੇ 10-10 ਲੱਖ ਦਾ ਮੁਕਾਬਲਾ ਕੀਤਾ ਹੈ ਜੀ। ਇਹ ਉਹ ਲੋਕ ਨੇ ਜੀ ਜਿੱਥੇ ਵੀ ਵਿਪਤਾ ਪਈ ਆ ਇਹਨਾਂ ਨੇ ਦੂਸਰਿਆਂ ਨੂੰ ਰਜਾਇਆ ਤੇ ਆਪ ਕਿਵੇਂ ਭੁੱਖੇ ਰਹਿਣਗੇ ਜੀ। ਇਹਦਾ ਇੱਕ ਸਰਕਾਰ ਦਾ ਬਹੁਤ ਵੱਡਾ ਭੁਲੇਖਾ ਆ। ਕੱਲ ਰਾਤ ਮੈਂ ਇੱਕ ਸੱਜਣ ਆਏ ਮਿਲਣ, ਉਹਨਾਂ ਨਾਲ ਗੱਲ ਕਰ ਰਿਹਾ ਸੀ। ਉਹ ਕਹਿੰਦੇ ਵੀ ਸਾਨੂੰ ਪੰਜਾਬ ਬਾਰੇ ਇੰਨੇ ਭੁਲੇਖੇ ਸੀ ਵੀ ਇਹ ਪਤਾ ਨਹੀਂ ਲੜਾਕੇ ਨੇ ਅੜਬ ਹੁੰਦੇ ਨੇ। ਕਹਿੰਦਾ ਅਸੀਂ ਤਾਂ ਅਸਲੀ ਪੰਜਾਬ ਹੁਣ ਵੇਖਿਆ। ਉਹ ਕਹਿੰਦੇ ਵੀ ਸਾਡੀ ਖੁਸ਼ਕਿਸਮਤੀ ਆ ਵੀ ਅਸੀਂ ਇਹਨਾਂ ਪੰਜਾਬੀ ਭਰਾਵਾਂ ਦੀ ਸੇਵਾ ਕਰ ਰਹੇ ਹਾਂ। ਅਸੀਂ ਦੇਖਿਆ ਕਿ ਜਿਹੜੇ ਕਬੱਡੀ ਦੇ ਪਲੇਅਰ ਆਏ ਹੋਏ ਨੇ, ਕਈ ਕਬੱਡੀ ਦੇ ਪਲੇਅਰ ਸੀਗਾ ਜਾਂ ਕੁਝ ਹੋਰ ਸੀ ਜਿਹੜੇ ਉਹ ਆਪਣਾ ਸਾਜੋ ਸਮਾਨ ਨਾਲ ਲੈ ਕੇ ਆਏ ਹੋਏ ਸੀ, ਡੰਬਲ ਲੈ ਕੇ ਆਏ ਸੀਗੇ। ਉਹ ਇੱਥੇ ਰਗੜੇ ਬਣਾ ਰਹੇ ਸੀ, ਆਪਣੀ ਸ਼ਰਦਾਈਆਂ ਬਣਾ ਰਹੇ ਸੀ। ਤੁਸੀਂ ਤੇ ਏਡੇ ਵੱਡੇ ਪਹਿਲਵਾਨ ਹੋ ਗਏ, ਤੁਸੀਂ ਵੀ ਆਪਦਾ ਸਾਰਾ ਸਾਜ਼ਵਾਜ ਲੈ ਕੇ ਆਏ ਨਾਲ ਸਮਾਨ। ਅਸੀਂ ਇੱਥੇ ਲਾਗੇ ਖੜਾ ਹੈ ਜੀ। ਅਸੀਂ ਰਾਤ ਨੂੰ ਉੱਥੇ ਚਲੇ ਜਾਂਦੇ ਹਾਂ, ਸਵੇਰੇ ਆਪਣੀ ਪ੍ਰੈਕਟਿਸ ਕਰਕੇ ਫਿਰ ਇੱਥੇ ਆਈਦਾ ਜੀ। ਖੇਤਰ ਦੇ ਵਿੱਚ ਪੂਰੇ ਭਾਰਤ ਹੀ ਨਹੀਂ ਬਲਕਿ ਪੂਰੇ ਵਿਸ਼ਵ ਐਸੀ ਸ਼ਖਸੀਅਤ ਪਹੁੰਚੀ ਹੈ ਜਿਨ੍ਹਾਂ ਨੇ ਪੰਜਾਬ ਦਾ ਨਾਂ ਪਹਿਲਵਾਨੀ ਦੇ ਖੇਤਰ ਦੇ ਵਿੱਚ ਪੂਰੇ ਭਾਰਤ ਹੀ ਨਹੀਂ ਬਲਕਿ ਪੂਰੇ ਵਿਸ਼ਵ ਦੇ ਵਿੱਚ ਚਮਕਾਇਆ ਹੈ। ਉਹਨਾਂ ਦੇ ਇਸ ਧਰਨੇ ਦੇ ਵਿੱਚ ਪਹੁੰਚਦਿਆਂ ਹੀ ਉਹਨਾਂ ਦੇ ਚਾਹਣ ਵਾਲੇ ਐਸੀ ਸ਼ਖਸੀਅਤ ਪਹੁੰਚੀ ਹੈ ਜਿਨ੍ਹਾਂ ਨੇ ਪੰਜਾਬ ਦਾ ਨਾਂ ਪਹਿਲਵਾਨੀ ਦੇ ਖੇਤਰ ਦੇ ਵਿੱਚ ਪੂਰੇ ਭਾਰਤ ਹੀ ਨਹੀਂ ਬਲਕਿ ਪੂਰੇ ਵਿਸ਼ਵ ਦੇ ਵਿੱਚ ਚਮਕਾਇਆ ਹੈ। ਉਹਨਾਂ ਦੇ ਇਸ ਧਰਨੇ ਦੇ ਵਿੱਚ ਪਹੁੰਚਦਿਆਂ ਹੀ ਉਹਨਾਂ ਦੇ ਚਾਹਣ ਵਾਲੇ ਉਹਨਾਂ ਦੇ ਨਾਲ ਤਸਵੀਰਾਂ ਖਿਚਵਾਉਣ ਦੇ ਲਈ ਲਗਾਤਾਰ ਵੀਰਾ ਕੱਤ ਕੇ ਆ ਰਹੇ ਨੇ। ਅਸੀਂ ਗੱਲ ਕਰ ਰਹੇ ਹਾਂ ਪੱਟੀ ਦੇ ਪਹਿਲਵਾਨ ਜੱਸਾ ਪੱਟੀ ਦੀ। ਜੱਸੇ ਭਾਈ ਬਹੁਤ ਬਹੁਤ ਸਵਾਗਤ ਹੈ ਦੈਨਿਕ ਸਵੇਰਾ ਤੇ। ਬਹੁਤ ਬਹੁਤ ਧੰਨਵਾਦ ਜੀ। ਜੱਸੇ ਭਾਈ ਜਿਵੇਂ ਤੇ ਪਹਿਲੀ ਗੱਲ ਮੈਂ ਕਹੀ ਹੈ ਕਿ ਜੱਸੇ ਦੇ ਫੈਨ ਫੋਲੋਇੰਗ ਬਹੁਤ ਹੈ। ਮੈਂ ਇੱਥੇ ਧਰਨੇ ਦੇ ਵਿੱਚ ਆਉਂਦਾ ਲੋਕਾਂ ਨੂੰ ਇਹ ਵੀ ਖਿੱਚ ਹੈਗੀ ਕਿ ਜੱਸੇ ਨਾਲ ਫੋਟੋਆਂ ਖਿਚਵਾ ਲਈਏ ਫਟਾਫਟ। ਵੇਖੋ ਜੀ ਫੈਨ ਇੱਕ ਬਹੁਤ ਸਟਰੋਂਗ ਵਰਡ ਹੋ ਜਾਂਦਾ ਜੀ। ਸਾਰੇ ਆਪਣੇ ਵੀਰ ਭਰਾ ਨੇ, ਆ ਸਾਡੇ ਪਿੰਡ ਦੇ ਬਜ਼ੁਰਗ ਨੇ ਜੀ, ਸਾਡੇ ਤਾਏ ਚਾਚੇ ਨੇ ਸਾਰੇ। ਸੋ ਇਹਨਾਂ ਦਾ ਹੀ ਪਿਆਰ ਹੈ ਜੀ, ਅਸੀਂ ਇੱਥੋਂ ਤੱਕ ਪਹੁੰਚੇ ਆ। ਬਿਲਕੁਲ ਜੱਸੇ ਭਾਈ ਦੂਜੀ ਗੱਲ ਕਰੀਏ, ਜਿਹੜੀਆਂ 4 ਮੀਟਿੰਗਾਂ ਹੁਣ ਤੱਕ ਕੇਂਦਰ ਦੇ ਨਾਲ ਰੱਦ ਹੋ ਚੁੱਕੀਆਂ ਨੇ, ਹੁਣ 5ਵੀਂ ਮੀਟਿੰਗ ਜਿਹੜੀ ਹੈ 9 ਤਰੀਕ ਨੂੰ ਹੋਣੀ ਹੈ। ਕੀ ਲੱਗ ਰਿਹਾ ਹੈਗਾ? ਤੁਸੀਂ ਪੂਰੇ ਇਸ ਧਰਨੇ ਦੇ ਵਿੱਚ ਘੁੰਮ ਕੇ ਆਏ ਹੋ, ਲੋਕਾਂ ਦਾ ਜੋਸ਼ ਕਿਵੇਂ ਦਾ ਲੱਗ ਰਿਹਾ ਔਰ ਤੁਹਾਨੂੰ ਕੀ ਲੱਗ ਰਿਹਾ ਗੱਲਬਾਤ ਕਿੱਧਰ ਨੂੰ ਜਾ ਰਹੀ ਹੈ? ਵੇਖੋ ਜੀ ਲੋਕਾਂ ਦੇ ਜੋਸ਼ ਦੀ ਗੱਲ ਹੈ, ਲੋਕ ਸਾਰੇ ਚੜ੍ਹਦੀ ਕਲਾ 'ਚ ਨੇ ਪੂਰਾ ਪੰਜਾਬ। ਤੇ ਬਾਕੀ ਜਿਹੜਾ ਇਹ ਮੀਟਿੰਗਾਂ ਦਾ ਹੱਲ ਆ, ਇਹ ਵੇਖੋ ਜੀ ਇੱਕ ਰਾਜਨੀਤਿਕ ਸਵਾਲ ਹੈ। ਮੈਂ ਇਹਦੇ ਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ। ਇਹ ਸਾਡੇ ਲੀਡਰ ਹੈਗੇ ਨੇ, ਕਿਸਾਨ ਲੀਡਰ, ਜੋ ਵੀ ਉਹ ਫੈਸਲਾ ਕਰਨਗੇ ਜੀ ਅਸੀਂ ਉਹਨਾਂ ਦੇ ਨਾਲ ਆ। ਤੁਹਾਡੇ ਕੌਣ ਕੌਣ ਆਇਆ ਹੈਗਾ ਪਿੰਡ ਤੋਂ? ਸਾਡੇ ਪਿੰਡੋਂ ਆਏ ਨੇ ਜੀ ਸਾਰੇ, ਟਰਾਲੀ ਲੈ ਕੇ। ਕਿਸਾਨ ਯੂਨੀਅਨ ਆਈ ਹੈ ਜੀ ਪੂਰੀ, 30-40 ਬੰਦੇ ਨੇ। ਬਾਕੀ ਆਉਂਦੇ ਜਾਂਦੇ ਆ, ਕੁਝ ਚੱਲ ਜਾਂਦੇ ਨੇ, ਕੁਝ ਫੇਰ ਆ ਜਾਂਦੇ ਨੇ। ਪਰ ਕਿਵੇਂ ਤੁਹਾਡਾ ਮਾਹੌਲ ਕਿਵੇਂ ਦਾ ਲੱਗਿਆ ਇੱਥੇ ਦਾ? ਕਿਉਂਕਿ ਇਹ ਸਰਕਾਰ ਵੱਲੋਂ ਇਹ ਕਿਹਾ ਜਾ ਰਿਹਾ ਸੀਗਾ, ਤੁਸੀਂ ਰਾਜਨੀਤਿਕ ਟਿੱਪਣੀ ਨਹੀਂ ਕਰਨਾ ਚਾਹੁੰਦੇ, ਪਰ ਇਸ ਧਰਨੇ ਨੂੰ ਲੈ ਕੇ ਇਹ ਵੀ ਕਿਹਾ ਜਾ ਰਿਹਾ ਕਿ ਸਰਕਾਰ ਇਸ ਲਈ ਲੰਬਾ ਖਿੱਚ ਰਹੀ ਹੈ ਕਿ ਲੋਕ ਅੱਕ ਥੱਕ ਕੇ ਆਪੇ ਵਾਪਸ ਚਲੇ ਜਾਣ। ਸੜਕ ਤੇ ਜ਼ਿਆਦਾ ਦੇਰ ਠੰਡੀਆਂ ਰਾਤਾਂ 'ਚ ਬੈਠਿਆ ਨਹੀਂ ਜਾ ਸਕਦਾ, ਥੱਕ ਜਾਣ। ਪਰ ਸਾਨੂੰ ਤਾਂ ਕਿਤੇ ਨਜ਼ਰ ਨਹੀਂ ਆ ਰਿਹਾ। ਤੁਹਾਡਾ ਕੀ ਆਬਜ਼ਰਵੇਸ਼ਨ ਹੈਗੀ ਇਸ ਧਰਨੇ ਨੂੰ ਲੈ ਕੇ? ਇਹ ਜਿਹੜਾ ਇਹ ਲੰਬਾ ਖਿੱਚਣ ਦਾ ਟੈਕਟਿਕਸ ਹੈਗਾ, ਇਹ ਕੰਮ ਕਰ ਰਿਹਾ ਕਿਤੇ? ਬਿਲਕੁਲ ਨਹੀਂ ਜੀ। ਇਹ ਤਾਂ ਵੇਖੋ ਜੀ ਉਹ ਲੋਕ ਨੇ ਜਿਨ੍ਹਾਂ ਨੇ 9-9 ਮਹੀਨੇ ਘੇਰੇ ਪਵਾ ਕੇ 40 ਬੰਦਿਆਂ ਨੇ 10-10 ਲੱਖ ਦਾ ਮੁਕਾਬਲਾ ਕੀਤਾ ਹੈ ਜੀ। ਸੋ ਇਹ ਜਿੰਨਾ ਲੰਬਾ ਖਿੱਚੂਗਾ ਜੀ ਸਾਡੀ ਐਡਵਾਂਟੇਜ ਆ। ਪੂਰੇ ਪੰਜਾਬੀ ਜਿੰਨੇ ਵੀ ਬਾਹਰ ਵੀ ਵੱਸਦੇ ਨੇ ਉਹ ਵੀ ਪੂਰੇ ਸਾਡੇ ਨਾਲ ਖੜੇ ਨੇ। ਚਾਹੇ 6 ਮਹੀਨੇ ਚੱਲੇ, ਚਾਹੇ ਸਾਲ ਚੱਲੇ, ਸਾਨੂੰ ਇਸ ਚੀਜ਼ ਨਾਲ ਕੋਈ ਫਰਕ ਨਹੀਂ ਪੈਂਦਾ ਜੀ। ਚੜ੍ਹਦੀ ਕਲਾ ਜਾਈ ਸਾਰੇ। ਬੜੇ ਸਾਰੇ ਹੋਰ ਕਬੱਡੀ ਦੇ ਖਿਡਾਰੀ ਵੀ ਬੜੇ ਸਾਰੇ ਆਏ ਨੇ। ਤੁਸੀਂ ਆਏ ਹੋ, ਪਹਿਲਵਾਨੀ ਦੇ ਖੇਤਰ ਦਾ ਐਡਾ ਵੱਡਾ ਨਾਮ ਹੋ ਤੁਸੀਂ। ਪਹਿਲਵਾਨ ਕਿੰਨੇ ਕੁ ਆ ਰਹੇ ਜਾਂ ਹੋਰ ਆ ਰਹੇ ਨੇ ਤੁਹਾਡੇ ਕੋਈ ਯਾਰ ਬੇਲੀ? ਹਾਂਜੀ ਬਿਲਕੁਲ ਆ ਰਹੇ ਨੇ ਜੀ। ਕੁਝ ਜਿਹੜੇ ਪਰਲੀ ਸਾਈਡ ਦੇ ਨੇ ਉਹ ਟਿਕਰੀ ਧਰਨੇ ਦੇ ਨੇ। ਅਸੀਂ ਵੀ ਪਰਸੋਂ ਰਾਤ ਉੱਥੇ ਸੀ। ਸੋ ਇਸ ਤਰ੍ਹਾਂ ਵੰਡ ਵਰਤ ਕੇ ਸਾਰੇ ਕਿਤੇ ਜਾ ਰਹੇ ਆ ਜੀ। ਇੱਥੇ ਇਹ ਸੀਗਾ ਕਿ ਜਿਹੜਾ ਗੁਰੂ ਨਾਨਕ ਦੇਵ ਸਾਹਿਬ ਨੇ ਲੰਗਰ ਕਦੋਂ ਸ਼ੁਰੂ ਕੀਤਾ ਸੀ, ਉਹ ਲੰਗਰ ਅਜੇ ਤੱਕ ਚੱਲ ਰਿਹਾ। ਦਿੱਲੀ ਦੇ ਵਿੱਚ ਜਾਂ ਹੋਰ ਲੋਕਾਂ ਨੂੰ ਇਹੀ ਯਕੀਨ ਨਹੀਂ ਹੋ ਰਿਹਾ ਕਿ ਜਿੱਥੇ ਲੱਗਦਾ ਸੀ ਕਿ ਧਰਨਿਆਂ ਤੇ ਲੋਕ ਰੋਟੀ ਪਾਣੀ ਤੋਂ ਰਹਿ ਜਾਂਦੇ, ਇੱਥੇ ਤੇ ਬਹੁਤ ਸਾਰੇ ਲੋਕ ਬਾਹਰੋਂ ਆ ਕੇ ਰਾਹ ਜਾਂਦੇ ਵੀ ਖਾ ਕੇ ਜਾ ਰਹੇ ਨੇ। ਇਸ ਚੀਜ਼ ਦੀ ਖੂਬਸੂਰਤੀ ਨੂੰ ਕਿਵੇਂ ਦੇਖ ਰਹੇ ਹੋ? ਇਹਦਾ ਬੜਾ ਪੋਜ਼ਿਟਿਵ ਸੰਦੇਸ਼ ਗਿਆ ਦੁਨੀਆ ਭਰ ਦੇ ਵਿੱਚ। ਅਸੀਂ ਕੱਲ ਇਧਰ ਇੰਡਸਟਰੀਅਲ ਏਰੀਆ ਪਿੱਛੇ ਸਾਰਾ ਕੁੰਡਲੀ ਰਾਈ ਦਾ ਉੱਥੇ ਲੰਗਰ ਲੱਗਿਆ ਸੀ KFC ਦੇ ਕੋਲ, ਜਿਹੜਾ ਪਲੇਅਰਾਂ ਨੇ ਲੰਗਰ ਲਾਇਆ ਜੀ। ਜਿੰਨੇ ਮਜ਼ਦੂਰ ਨੇ ਜਾਣ ਲੱਗਿਆਂ ਵੀ ਤੇ ਆਉਣ ਲੱਗਿਆਂ ਵੀ ਉੱਥੋਂ ਚਾਹ ਪਾਣੀ ਲੰਗਰ ਛਕ ਕੇ ਜਾਂਦੇ ਨੇ। ਤੇ ਇਹ ਉਹ ਲੋਕ ਨੇ ਜੀ ਜਿੱਥੇ ਵੀ ਵਿਪਤਾ ਪਈ ਆ ਇਹਨਾਂ ਨੇ ਦੂਸਰਿਆਂ ਨੂੰ ਰਜਾਇਆ ਤੇ ਆਪ ਕਿਵੇਂ ਭੁੱਖੇ ਰਹਿਣਗੇ ਜੀ। ਇਹਦਾ ਇੱਕ ਸਰਕਾਰ ਦਾ ਬਹੁਤ ਵੱਡਾ ਭੁਲੇਖਾ ਆ। ਆਮ ਤੌਰ ਤੇ ਇਹ ਵੀ ਕਿਹਾ ਜਾ ਰਿਹਾ ਕਿ ਇਸ ਬਿੱਲ ਦੇ ਵਿੱਚ ਇੱਕ ਚੀਜ਼ ਚੰਗੀ ਹੈ, ਉਹ ਇਹ ਚੀਜ਼ ਚੰਗੀ ਹੈਗੀ ਹੈ ਕਿ ਸਾਰਾ ਪੰਜਾਬ ਇਕੱਠਾ ਕਰਤਾ। ਮਤਲਬ ਜਿਹੜੇ ਲੋਕਾਂ ਦੇ ਵਿੱਚ ਧਰਮ ਜਾਤ ਨੂੰ ਲੈ ਕੇ ਥੋੜੇ ਬਹੁਤ ਵਖਰੇਵੇਂ ਸੀਗੇ, ਜਥੇਬੰਦੀ ਪੱਧਰ ਦੇ ਉੱਤੇ ਜਿਹੜੇ ਵਖਰੇਵੇਂ ਸੀਗੇ, ਉਹ ਸਾਰੀਆਂ ਚੀਜ਼ਾਂ ਭੁੱਲ ਗਏ। ਇਸ ਬਿੱਲ ਨੇ ਇਹ ਫਾਇਦਾ ਕਰਤਾ ਪੰਜਾਬ ਦਾ। ਬਿਲਕੁਲ ਜੀ। ਜਿੰਨੇ ਨੌਜਵਾਨ ਇੱਥੇ ਪਿਆਰ ਨਾਲ ਰਹਿ ਰਹੇ ਨੇ ਉਹ ਦੇਖ ਕੇ ਬਹੁਤ ਮਨ ਖੁਸ਼ ਹੁੰਦਾ ਹੈ ਜੀ। ਇਹ ਤੁਹਾਡੀ ਗੱਲ ਬਿਲਕੁਲ ਸਹੀ ਆ ਵੀ ਜਿੰਨੇ ਸਾਡੇ ਵਖਰੇਵੇਂ ਸੀ ਉਹ ਸ਼ੰਭੂ ਤੋਂ ਪਰਲੀ ਸਾਈਡ ਰਹਿ ਗਏ ਜੀ। ਇੱਥੇ ਇੱਕ ਸਾਰਾ ਪੰਜਾਬ ਇੱਕ ਕਿਸਾਨ ਨੇ। ਬਾਕੀ ਹਰਿਆਣੇ ਵਾਲੇ ਵੀਰਾਂ ਦਾ ਵੀ ਬਹੁਤ ਧੰਨਵਾਦ ਜਿਹੜਾ ਇੰਨਾ ਸਾਥ ਦੇ ਰਹੇ ਨੇ।
ਹਾਂਜੀ ਇਹ ਹਰਿਆਣੇ ਨੂੰ ਲੈ ਕੇ ਵੀ ਬੜੀ ਗੱਲਬਾਤ ਹੋ ਰਹੀ ਹੈ ਕਿਉਂਕਿ ਪੰਜਾਬ ਦੇ ਸਾਰੇ ਵਿਵਾਦ ਹਰਿਆਣੇ ਨਾਲ ਸੀਗੇ। ਪੰਜਾਬੀ ਜਾਂ ਹਰਿਆਣਵੀ ਆਪਸ ਦੇ ਵਿੱਚ ਆਮ ਤੌਰ ਤੇ ਇਹ ਗੱਲਾਂ ਕਰਦੇ ਸੀ ਕਿ ਪਾਣੀ ਦਾ ਰੌਲਾ ਹਰਿਆਣੇ ਨਾਲ ਹੈ, ਰਾਜਧਾਨੀ ਦਾ ਰੌਲਾ ਹਰਿਆਣੇ ਨਾਲ ਹੈ। ਤੁਹਾਨੂੰ ਲੱਗਦਾ ਕਿ ਉਹ ਹੁਣ ਜਿਸ ਤਰ੍ਹਾਂ ਦੇ ਨਾਲ ਇਕੱਠੇ ਹੋਏ ਆ ਉਹ ਦੁਬਾਰਾ ਵੀ ਹਟ ਗਈਆਂ ਸਾਰੀਆਂ? ਹੁਣ ਲੋਕੀ ਇਹ ਕਹਿਣ ਲੱਗੇ ਵੀ ਉਹ ਸਿਆਸੀ ਮੁੱਦੇ ਖੜੇ ਕੀਤੇ ਹੋਏ ਸੀਗੇ, ਹਰਿਆਣਾ ਪੰਜਾਬ ਦੇ ਲੋਕਾਂ ਦੇ ਵਿੱਚ ਕੋਈ ਫਰਕ ਰਹਿ ਨਹੀਂ ਗਿਆ। ਜਿਵੇਂ ਅਣਵੰਡਿਆ ਪੰਜਾਬ ਸੀਗਾ ਉਸ ਤਰ੍ਹਾਂ ਦੇ ਨਾਲ ਪਹਿਲੇ ਮਾਹੌਲ ਲੋਕਾਂ ਦੇ ਵਿੱਚ ਅਸੀਂ ਵਿਚਰਦੇ ਦੇਖ ਰਹੇ ਹਾਂ। ਵੇਖੋ ਜੀ, ਪਹਿਲੀ ਗੱਲ ਤਾਂ ਜਿਹੜੇ ਰੌਲੇ ਜਾਂ ਜਿਹੜੇ ਇਹ ਚੱਲਦੀਆਂ ਨੇ ਇਹ ਸਰਕਾਰਾਂ ਦੇ ਕੰਮ ਨੇ ਜੀ। ਲੋਕ ਇੱਧਰ ਵੀ ਆਪਣੇ ਉੱਧਰ ਵੀ ਆਪਣੇ ਨੇ। ਕੱਲ ਰਾਤ ਮੈਂ ਇੱਕ ਸੱਜਣ ਆਏ ਮਿਲਣ, ਉਹਨਾਂ ਨਾਲ ਗੱਲ ਕਰ ਰਿਹਾ ਸੀ। ਉਹ ਕਹਿੰਦੇ ਵੀ ਸਾਨੂੰ ਪੰਜਾਬ ਬਾਰੇ ਇੰਨੇ ਭੁਲੇਖੇ ਸੀ ਵੀ ਇਹ ਪਤਾ ਨਹੀਂ ਲੜਾਕੇ ਨੇ, ਅੜਬ ਹੁੰਦੇ ਨੇ। ਕਹਿੰਦਾ ਅਸੀਂ ਤਾਂ ਅਸਲੀ ਪੰਜਾਬ ਹੁਣ ਵੇਖਿਆ। ਉਹ ਕਹਿੰਦੇ ਵੀ ਸਾਡੀ ਖੁਸ਼ਕਿਸਮਤੀ ਆ ਵੀ ਅਸੀਂ ਇਹਨਾਂ ਪੰਜਾਬੀ ਭਰਾਵਾਂ ਦੀ ਸੇਵਾ ਕਰ ਰਹੇ ਹਾਂ। ਕੀ ਪਸੰਦ ਆ ਰਿਹਾ ਪੰਜਾਬੀਆਂ ਦਾ? ਉਹਨਾਂ ਨੂੰ ਮਿਲਵਰਤਨ ਸੁਭਾਅ ਜਾਂ ਵੰਡ ਕੇ ਛਕਣਾ ਕੀ ਪਸੰਦ ਆ ਰਿਹਾ? ਸਭ ਤੋਂ ਵੱਡੀ ਗੱਲ ਇਹ ਹੈ ਜੀ ਵੀ ਲੱਖਾਂ ਦਾ ਇਕੱਠ ਹੋਣ ਦੇ ਬਾਵਜੂਦ ਵੀ ਇੱਕ ਵੀ ਘਟਨਾ ਜਿਹੜੀ ਭੰਨ ਤੋੜ ਦੀ, ਹੁੱਲੜਬਾਜ਼ੀ ਦੀ ਨਹੀਂ ਆਈ। ਸਹਿਨਸ਼ੀਲਤਾ, ਜਿਹੜਾ ਸਬਰ ਹੈ ਇੱਕ ਪੰਜਾਬੀਆਂ ਦਾ, ਜਿਹੜਾ ਗੁਰੂ ਮਹਾਰਾਜ ਨੇ ਸਪਿਰਿਟ ਭਰੀ ਆ, ਉਹ ਚੀਜ਼ ਦੇ ਬਹੁਤ ਜ਼ਿਆਦਾ ਕਾਇਲ ਨੇ ਜੀ ਇਹ ਲੋਕ। ਤਾਂ ਲੱਗਦਾ ਕਿ ਜਿਹੜਾ ਸੰਤ ਸਿਪਾਹੀ ਦਾ ਕਨਸੈਪਟ ਹੈਗਾ, ਜਿਹੜਾ ਗੁਰੂ ਸਾਹਿਬ ਦਾ ਸੰਤ ਸਿਪਾਹੀ ਦਾ ਕਨਸੈਪਟ ਹੈਗਾ ਕਿ ਸਿਪਾਹੀ ਵੀ ਹੋਵੇ ਪਰ ਸੰਤ ਸੁਭਾਅ ਹੋਣਾ ਚਾਹੀਦਾ, ਉਸ ਚੀਜ਼ ਦਾ ਜਿਹੜੀ ਦੇਖ ਹੈਗੀ ਉਹ ਇਸ ਧਰਨੇ ਦੇ ਵਿੱਚ ਵੀ ਕਿਤੇ ਨਾ ਕਿਤੇ ਨਜ਼ਰ ਆਉਂਦੀ ਹੈ ਕਿ ਆਪਣੇ ਹੱਕ ਦੇ ਲਈ ਖੜੇ ਜ਼ਰੂਰ ਨੇ ਪਰ ਸਬਰ ਬਹੁਤ ਹੈ। ਬਿਲਕੁਲ ਜੀ, ਬਿਲਕੁਲ। ਜਿਵੇਂ ਤੁਸੀਂ ਵੇਖ ਰਹੇ ਹੋ ਵੀ ਕਾਫੀ ਵੱਡੀ ਗਿਣਤੀ ਸਾਡੇ ਜਿਹੜੇ ਬਜ਼ੁਰਗ ਨੇ ਜਾਂ ਵੱਡੇ ਵਡੇਰੇ ਇੱਥੇ ਪਹੁੰਚੇ ਨੇ, ਤੇ ਉਹ ਆਪਣੇ ਆਪ 'ਚ ਇੱਕ ਸਬਰ ਦੀ ਬੜੀ ਵੱਡੀ ਮਿਸਾਲ ਹੈ ਜੀ। ਤੇ ਜਿਹੜੇ ਨੌਜਵਾਨ ਨੇ ਉਹ ਵੀ ਉਹਨਾਂ ਦੇ ਪਿੱਛੇ ਲਾ ਕੇ ਕੰਮ ਕਰ ਰਹੇ ਨੇ ਜੀ, ਆਪੋ ਆਪਣੀਆਂ ਡਿਊਟੀਆਂ ਨਿਭਾ ਰਹੇ ਨੇ। ਪਰ ਕਿਸੇ ਤਰ੍ਹਾਂ ਦਾ ਕੋਈ ਧੱਕਾ ਮੁੱਕੀ ਜਾਂ ਹੁੱਲੜਬਾਜੀ ਜਾਂ ਇਹੋ ਜਿਹੀ ਭੰਨ ਤੋੜ ਦੀ ਆਪਾਂ ਘਟਨਾ ਨਾ ਸੁਣੀ ਆ, ਤੇ ਪ੍ਰਮਾਤਮਾ ਕਿਰਪਾ ਰੱਖੇ ਨਾ ਹੀ ਅੱਗੇ ਹੋਵੇ। ਪਰ ਤੁਹਾਨੂੰ ਲੱਗਦਾ ਕਿ ਜਿਵੇਂ ਦੁਨੀਆ ਭਰ ਤੋਂ ਸਮਰਥਨ ਮਿਲ ਰਿਹਾ ਹੈਗਾ, ਮੈਂ ਜਿਸ ਤਰ੍ਹਾਂ ਪਹਿਲਵਾਨਾਂ ਦਾ ਜ਼ਿਕਰ ਕੀਤਾ, ਤੁਸੀਂ ਕਿਹਾ ਹੋਰ ਵੀ ਤੁਹਾਡੇ ਜਿਹੜੇ ਸਰਕਲ ਦੇ ਪਹਿਲਵਾਨ ਨੇ ਦੁਨੀਆ ਭਰ ਦੇ ਵਿੱਚ ਹੈਗੇ ਨੇ, ਕਿਆ ਤੁਸੀਂ ਵੀ ਸੱਦਾ ਦੇ ਰਹੇ ਹੋ ਆਪਦੇ ਪੱਧਰ ਦੇ ਉੱਤੇ ਕਿ ਇੱਥੇ ਆਓ, ਜਾਂ ਕੌਣ-ਕੌਣ ਆ ਰਿਹਾ ਤੁਹਾਡੀ ਜਾਣਕਾਰੀ 'ਚ? ਬਿਲਕੁਲ ਜੀ, ਮੇਰਾ ਮੇਨ ਸਭ ਨੂੰ ਇਹੀ ਹੁੰਦਾ ਵੀ ਜਿਹੜੇ ਤਾਂ ਆ ਸਕਦੇ ਹੋ ਜ਼ਰੂਰ ਪਹੁੰਚੋ, ਜਿਹੜੇ ਨਹੀਂ ਆ ਸਕਦੇ ਉਹ ਪਿੱਛੋਂ ਚਾਹੇ ਮਤਲਬ ਮਾਲੀ ਸਹਾਇਤਾ ਕਰੋ ਜਾਂ ਕੋਈ ਭੇਜੋ, ਰਸਦ ਵਗੈਰਾ ਭੇਜੋ, ਜਾਂ ਸੋਸ਼ਲ ਮੀਡੀਆ ਤੇ ਹੀ ਇਸ ਚੀਜ਼ ਦਾ ਪ੍ਰਚਾਰ ਕਰੋ। ਜਿਹੜਾ ਜਿੱਥੇ ਬੈਠਾ ਕਿਸੇ ਢੰਗ ਨਾਲ ਵੀ ਮਦਦ ਕਰ ਸਕਦਾ ਉਹ ਕਰੋ, ਜਿਹਦੇ ਕੋਲੋਂ ਆਇਆ ਜਾਂਦਾ ਉਹ ਜ਼ਰੂਰ ਆਓ। ਅਸੀਂ ਦੇਖਿਆ ਕਿ ਜਿਹੜੇ ਕਬੱਡੀ ਦੇ ਪਲੇਅਰ ਆਏ ਹੋਏ ਨੇ, ਕਈ ਕਬੱਡੀ ਦੇ ਪਲੇਅਰ ਸੀਗਾ ਜਾਂ ਕੁਝ ਹੋਰ ਸੀ ਜਿਹੜੇ ਉਹ ਆਪਣਾ ਸਾਜੋ ਸਮਾਨ ਨਾਲ ਲੈ ਕੇ ਆਏ ਹੋਏ ਸੀ, ਡੰਬਲ ਲੈ ਕੇ ਆਏ ਸੀਗੇ, ਉਹ ਇੱਥੇ ਰਗੜੇ ਬਣਾ ਰਹੇ ਸੀ, ਆਪਣੇ ਸ਼ਰਦਾਈਆਂ ਬਣਾ ਰਹੇ ਸੀ। ਤੁਸੀਂ ਤੇ ਏਡੇ ਵੱਡੇ ਪਹਿਲਵਾਨ ਹੋਗੇ, ਤੁਸੀਂ ਵੀ ਆਪਦਾ ਸਾਰਾ ਸਾਜ਼ਵਾਜ ਲੈ ਕੇ ਆਏ ਨਾਲ ਸਮਾਨ? ਅਸੀਂ ਇੱਥੇ ਲਾਗੇ ਖਾੜਾ ਹੈ ਜੀ, ਅਸੀਂ ਰਾਤ ਨੂੰ ਉੱਥੇ ਚਲੇ ਜਾਂਦੇ ਹਾਂ, ਸਵੇਰੇ ਆਪਣੀ ਪ੍ਰੈਕਟਿਸ ਕਰਕੇ ਫਿਰ ਇੱਥੇ ਆਈਦਾ ਜੀ। ਪ੍ਰੈਕਟਿਸ ਜਾਰੀ ਹੈ? ਹਾਂਜੀ, ਪ੍ਰੈਕटिस जारी है जी। दूजी इधर हमारी प्रैक्टिस जारी है, उधर पहलवानों की प्रैक्टिस जारी है, इधर हमारी प्रैक्टिस जारी है। प्रैक्टिस जारी है। दूजी चीज है ਤੁਸੀਂ ਦੇਖਿਆ ਇੱਥੇ ਘੁੰਮ ਕੇ जाएंगे मोदी को बिल्कुल। ਪਰ ਤੁਸੀਂ ਜੱਸੇ ਦੇ ਪਿੰਡ ਤੋਂ ਹੈਗੇ ਹੋ ਹਨਾ, ਤੁਹਾਨੂੰ ਕੀ ਲੱਗਦਾ ਹੈਗਾ ਕਿੱਧਰ ਨੂੰ ਜਾ ਰਿਹਾ ਹੈਗਾ ਇਹ ਰਸਤਾ? ਕਿਉਂਕਿ ਚੌਥੀ ਮੀਟਿੰਗ ਜਿਹੜੀ ਆ ਉਹਦਾ ਕੋਈ ਨਤੀਜਾ ਫਿਲਹਾਲ ਨਹੀਂ ਨਿਕਲਿਆ। ਕੱਲ ਦੀ ਮੀਟਿੰਗ ਵੀ ਬੜੀ ਲੰਬੀ ਚੱਲੀ ਹੈ, ਸਾਰਾ ਦਿਨ ਉਸ ਮੀਟਿੰਗ ਤੋਂ ਵਿਗਿਆਨ ਭਵਨ ਦੇ ਬਾਹਰ ਖੜ ਕੇ ਕਵਰ ਕੀਤਾ। ਸਰਕਾਰ ਅਜੇ ਵੀ ਇਹੀ ਚਾਹੁੰਦੀ ਆ ਕਿ ਅਸੀਂ ਸੋਧ ਕਰ ਦਈਏ, ਬਿੱਲ ਵਾਪਸ ਨਹੀਂ ਲੈਣੇ। ਜੀਵੇ ਆਸਾ ਮਰੇ ਨਰਾਸਾ, ਆਸ ਨਹੀਂ ਜੀਦਾ, ਆਸ ਰੱਖ ਕੇ ਬੈਠੇ ਵੀ ਮਸਲਾ ਸਾਡਾ ਹੱਲ ਹੋਊਗਾ। ਹਾਂ ਜਾਂ ਨਾ, ਜੋ ਸਾਡੇ ਨੇਤਾ ਕਹਿਣਗੇ, ਜੋ नेता करनगे फैसला वही होना है, बाकी आशा नहीं जीता। ये बिल नहीं है, किसानों को बेच दिया, अब जो जितने पीस दिया वो जो कितने पैसे वो आ गए, अब उनको कैसे वापस लौटाए? 1,20,000 करोड़ रुपए जो मतलब इसमें कोरोना में बांटे गए थे, वो 1,20,000 रुपए अनिल अंबानी को तो दिए गए, और किसको मिले हैं? जमींदार को मिले हो, किसान को, किसी को भी मिले हो, मजदूर को मिले, किसी को, सब कुछ इनको तो दिया गया है। तो वो जो पैसे बांटे गए उनको दिए गए, तो कानून में क्या दिक्कत है वापस लेने में? लेकिन लिया नहीं जा सकता कानून। ये जब लिया जा सकता, जब बिल्कुल मारो मार होगी और कोई रास्ता नहीं बचेगा ना, ये आखिरी रास्ता जब उल्टी हट सरकार हटेगी नहीं। क्यों 2-4 कानून इसने बना दिए, उसके उसका इसका ये हो गया कि तेरे को कोई छेड़ने वाला नहीं, पूरा बहुमत है। लेकिन अब इसका समय आ गया, इसका बैंड बच चुका है, जनता को पता चल गया भाई ये कितनी अच्छी सरकार है, कितना ही अच्छा नेता है। अब इसका बिल्कुल सबको पता चल चुका है। जैसे तो फायदा उठाया था, ये पूरा उसका उठा नहीं पाया। दुनिया को कोरोना काल कोरोना करके और इसने ये कानून पास कर दिया। अब लोगों को पता चला भाई कोरोना तो है ही नहीं। जब ये बिहार में यूपी में रैली करता है, धुएं जलाता है, वहाँ लाखों आदमी इकट्ठे होते हैं, वहाँ कोरोना नहीं है। ये जमींदार कोरोना है, किसी का कोरोना यहाँ। इनको परमात्मा ने खून ऐसा दे रखा है, इनको कुछ नहीं होएगा। आजादी की लड़ाई किसने लड़ी थी? इन्होंने लड़ी थी क्या? तो ये मुंह बांध रहे, जो जीने से मतलब डर रहे हैं। आजादी की लड़ाई भी हमने लड़ी थी। ਸਾਡੇ ਤੋਂ ਬਾਅਦ ਦਿੱਲੀ 'ਚ ਵੀ ਕਰੋਨਾ डरते नहीं हम, क्या है? ਪੰਜਾਬ 'ਚੋਂ ਕਰੋਨਾ ਭਜਾਤਾ ਸੀ, ਅਸੀਂ ਆਉਣ ਹੀ नहीं ਦਿੱਤਾ। और दिल्ली में रहता हूँ मैं, मेरा बिजनेस है दिल्ली, मेरी डेयरी है गोला डेयरी के अंदर, और मैं रहने वाला पानीपत का हूँ। हम कभी भी कोरोना वरोना को मानते नहीं।
लेकिन वहाँ ये नीची वैसे वो आदमी इतने डरे हुए, इतने डराए हुए सरकार को। ਜਿਹੜਾ ਸਵਾਲ ਮੈਂ ਜੱਸੇ ਬਾਈ ਨੂੰ ਪੁੱਛਿਆ ਸੀਗਾ ਕਿ ਪੰਜਾਬ ਹਰਿਆਣਾ ਦੇ ਜਿਹੜੇ ਆਪਸੀ ਵਖਰੇਵੇਂ ਸੀ ਉਹ ਇਸ ਧਰਨੇ ਦੇ ਵਿੱਚ ਖਤਮ ਹੋ ਗਏ, ਉਹ ਵੀ ਕਈ ਲੋਕ ਸਾਨੂੰ ਕਹਿਣ ਲੱਗੇ ਸਿਰਫ ਉਹ ਸਿਆਸੀ ਗੱਲਾਂ ਸੀਗੀਆਂ, ਪਰ ਇੱਥੇ ਤੇ ਲੋਕ ਇੱਕੋ ਜਿਹੇ ਹੋ ਗਏ, ਪੰਜਾਬ ਹਰਿਆਣਾ ਦਾ ਫਰਕ ਖਤਮ ਹੋ ਗਿਆ। ਤੁਹਾਨੂੰ ਕੀ ਲੱਗਦਾ? पंजाब हरियाणा शुरू से खत्म है, सब एक है, इसमें कोई दिक्कत नहीं। ये देख सरकार बना रही है, मतलब एक इनको मुसलमान है, ये आतंकवादी है, ये वो है, सब अपने कानून के लिए तो लड़ रहे हैं, अकेले लड़ रहे हैं। इसमें को अगरवाद कर इसका क्या है? ये तो खाली एक बांटने वाली बात हो रही है। ਜੱਸੇ ਬਾਈ ਤੁਹਾਨੂੰ ਕੀ ਲੱਗਦਾ ਹੈਗਾ? ਮਤਲਬ ਤੁਸੀਂ ਸਿਆਸੀ ਕਮੈਂਟ ਨਹੀਂ ਵੀ ਕਰਨਾ, ਪਰ ਤੁਹਾਨੂੰ ਕੀ ਲੱਗਦਾ ਜਿਸ ਤਰ੍ਹਾਂ ਦੇ ਨਾਲ ਇਹ ਦੌਰ ਚੱਲਦਾ ਜਾ ਰਿਹਾ ਹੈਗਾ, ਜਿਸ ਤਰ੍ਹਾਂ ਦੇ ਨਾਲ ਉਹ ਕਹਿ ਰਹੇ ਕਿ ਅਸੀਂ ਡਟੇ ਹੈਗੇ ਇੱਥੇ, ਤੁਹਾਨੂੰ ਕੀ ਲੱਗਦਾ ਫਿਰ ਇਹਦਾ ਮਸਲੇ ਦਾ ਹੱਲ ਕਿਵੇਂ ਹੋ ਸਕਦਾ, ਜਾਂ ਤੁਹਾਨੂੰ ਲੱਗਦਾ ਕਿ ਹੱਲ ਹੋਏਗਾ? ਕਿਉਂਕਿ ਮੰਗ ਜਿਹੜੀ ਹੈਗੀ ਹੈ ਕਿਸਾਨਾਂ ਦੀ ਉਹ ਇਹ ਹੈਗੀ ਹੈ ਕਿ ਬਿੱਲ ਰੱਦ ਕਰੋ। ਸਰਕਾਰ ਇਸ ਗੱਲ ਦੇ ਉੱਤੇ ਖੜੀ ਹੈ ਕਿ ਅਸੀਂ ਸੋਧਾਂ ਕਰ ਦਿੰਨੇ ਆ। ਤੁਸੀਂ ਕੀ ਆਬਜ਼ਰਵ ਕਰ ਰਹੇ ਹੋ? ਵੇਖੋ ਜੀ, ਪਹਿਲਾਂ ਸਾਡੀ ਇਹ ਮੰਗ ਆ ਵੀ ਇਹਨੂੰ ਟੋਟਲ ਬਾਈਕਾਟ ਕੀਤਾ ਜਾਵੇ, ਅਸੀਂ ਇਹ 'ਚ ਕੋਈ ਸੋਧ ਨਹੀਂ ਚਾਹੁੰਦੇ। ਦੂਸਰੀ ਗੱਲ, ਜਿੰਨਾ ਚਿਰ ਸੰਘਰਸ਼ ਚੱਲੂਗਾ, ਜਿੰਨਾ ਸ਼ਾਂਤਮਈ ਹੋ ਸਕੂਗਾ ਉਹਨਾਂ ਰੱਖਾਂਗੇ। ਜੇ ਉਸ ਤੋਂ ਬਾਅਦ 'ਚ ਕੋਈ ਦੂਜਾ ਰਸਤਾ ਅਖਤਿਆਰ ਕਰਨਾ ਪਿਆ ਤੇ ਸਾਰੇ ਬੰਦੇ ਉਸ ਚੀਜ਼ ਲਈ ਵੀ ਤਿਆਰ ਨੇ ਜੀ। ਅਸੀਂ ਹਰ ਤਰ੍ਹਾਂ ਦੀ ਲੜਾਈ ਲੜਨ ਨੂੰ ਤਿਆਰ ਹਾਂ। ਹਰ ਤਰ੍ਹਾਂ ਦੀ ਇਸ ਨੂੰ ਲੈ ਕੇ ਇੱਕ ਸੰਕੇਤ ਹੈਗਾ ਕਿ ਜਿਸ ਤਰ੍ਹਾਂ ਦੇ ਨਾਲ ਗੱਲਬਾਤ ਚੱਲ ਰਹੀ ਹੈ ਔਰ ਦੂਜੇ ਪਾਸੇ ਇੱਥੇ ਬੈਰੀਕੇਡ ਵੱਧ ਰਹੇ ਨੇ, ਕੰਡਿਆਲੀ ਤਾਰਾਂ ਵੱਧ ਰਹੀਆਂ ਨੇ, ਮਿੱਟੀ ਦੇ ਭਰੇ ਕੰਟੇਨਰ ਰੱਖੇ ਜਾ ਰਹੇ ਨੇ। ਇਸ ਨੂੰ ਲੈ ਕੇ ਵੀ ਕਈ ਥਾਵਾਂ ਤੇ ਇਸ ਗੱਲ ਦੀ ਚਰਚਾ ਹੋ ਰਹੀ ਹੈ ਕਿ ਨੀਅਤ ਕੀ ਹੈਗੀ। ਕਿਤੇ ਇਹ ਤੇ ਨਹੀਂ ਹੈਗਾ ਕਿ ਸਰਕਾਰ ਲੰਬਾ ਸਮੇਂ ਤੱਕ ਮਸਲੇ ਨੂੰ ਖਿੱਚ ਰਹੀ ਹੈ ਤਾਂ ਕਿ ਆਪਣੀ ਦੂਸਰੇ ਪੱਧਰ ਦੀ ਤਿਆਰੀ ਕਰ ਸਕੀਏ? ਕੋਈ ਗੱਲ ਨਹੀਂ ਜੀ, ਕਰ ਲੈਣ ਜਿਹੜੀ ਤਿਆਰੀ ਕਰਨੀ ਹੈ ਜੀ। ਫਿਰ ਇੱਥੇ ਜਿਹੜੇ ਸਿਰਾਂ ਤੇ ਕਫਨ ਬੰਨ ਗਏ ਨੇ, ਠੀਕ ਹੈ ਜੀ, ਜਦੋਂ ਬੰਦੇ ਨੇ ਸੋਚ ਹੀ ਲਿਆ ਵੀ ਮਰਨਾ ਜਾਂ ਲੜਨਾ, ਫਿਰ ਉਸ ਤੋਂ ਅੱਗੇ ਤਾਂ ਕੁਝ ਨਹੀਂ ਰਹਿ ਜਾਂਦਾ ਜੀ, ਜੋ ਮਰਜ਼ੀ ਕਰੀ ਜਾਣ। ਫਿਰ ਪਰ ਤੁਹਾਨੂੰ ਲੱਗਦਾ ਕਿ ਇਸ ਜਗ੍ਹਾ ਤੇ ਗੱਲ ਤੇ ਜਿੱਥੇ ਸਹਿਮਤੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਅਸੀਂ ਸੋਧਾਂ ਤੇ ਮਨਾ ਲਈਏ, ਸਰਕਾਰ ਦੇ ਬਾਰੇ ਇਹ ਹੈਗਾ ਕਿ ਸਰਕਾਰ ਨੇ ਆਪਣੀ ਅੜ ਬਣਾ ਲਈ, ਜਿਸ ਤਰ੍ਹਾਂ ਦੇ ਨਾਲ ਉਹਨੂੰ ਲੱਗਦਾ ਕਿ ਅਸੀਂ NRC ਤੇ ਖੜ ਗਏ, ਅਸੀਂ CA ਤੇ ਖੜ ਗਏ, ਅਸੀਂ ਜੰਮੂ ਕਸ਼ਮੀਰ ਨੂੰ UT ਬਣਾਉਣ ਤੇ ਖੜ ਗਏ, ਪਰ ਹੁਣ ਜਿਹੜੇ ਬਿੱਲਾਂ ਨੂੰ ਲੈ ਕੇ ਪੰਗਾ ਪੈ ਗਿਆ, ਇਸ ਤੇ ਅਸੀਂ ਵਾਪਸ ਲਵਾਂਗੇ ਤੇ ਸਾਡੀ ਛਵੀ ਡਿੱਗ ਜੂਗੀ। ਬਿਲਕੁਲ ਜੀ, ਕਿਤੇ ਨਾ ਕਿਤੇ ਇਹ ਵੀ ਹੈਗਾ ਜੀ। ਹੁਣ ਇਹਨੇ GST ਲਾਗੂ ਕੀਤੀ, ਕਹਿੰਦਾ ਵੀ ਵਪਾਰੀਆਂ ਵਾਸਤੇ ਆ, ਉਹਦਾ ਵਪਾਰੀਆਂ ਨੂੰ ਅਜੇ ਤੱਕ ਨਹੀਂ ਪਤਾ ਲੱਗਾ ਵੀ ਕੀ ਫਾਇਦਾ ਹੋਇਆ। ਨੋਟਬੰਦੀ ਕੀਤੀ, ਇੱਕ ਵਾਰ ਸਾਰਾ ਦੇਸ਼ ਹਿਲਾ ਕੇ ਸੁੱਟਤਾ। ਫਿਰ NRC ਧਾਰਾ 370 ਇਹ ਖਤਮ ਕੀਤੀ, ਇਹਦੀ ਨਹੀਂ ਸਮਝ ਆਈ ਵੀ ਇਹਦਾ ਫਾਇਦਾ ਕਿਹਨੂੰ, ਨੁਕਸਾਨ ਕਿਹਨੂੰ ਹੋ ਰਿਹਾ ਆ। ਠੀਕ ਹੈ ਜੀ, ਉਹ ਕਿਤੇ ਨਾ ਕਿਤੇ ਇੱਕ ਆਪਣੀ ਜਿਹੜੀ ਹੈਂਕੜਬਾਜ਼ੀ ਹੈ, ਇੱਕ ਘਮੰਡ ਆ, ਉਹਦੇ ਵਿੱਚ ਸਰਕਾਰ ਹੈਗੀ ਆ। ਪਰ ਸਰਕਾਰ ਨੂੰ ਬਣਾਇਆ ਵੀ ਲੋਕਾਂ ਨੇ ਆ ਤੇ ਸਰਕਾਰ ਨੂੰ ਡੇਗਣਗੇ ਵੀ ਲੋਕ ਹੀ। ਪਹਿਲਵਾਨ ਹੋਰ ਮੈਂ ਆਖਿਰ 'ਚ ਦੁਬਾਰਾ ਪੁੱਛਣਾ ਚਾਹਨਾ, ਜੱਸਾ ਪੱਟੀ ਦੇ ਨਾਲ ਦੇ ਪਹਿਲਵਾਨ ਕਦੋਂ ਆ ਰਹੇ? ਕਿਉਂਕਿ ਜੱਸਾ ਪੱਟੀ ਜਿਹਦੀ ਜਿਸ ਤਰ੍ਹਾਂ ਦੀ ਪਹਿਚਾਣ ਆ, ਤੁਹਾਡੇ ਕੁਝ ਯਾਰਾਂ ਦੋਸਤਾਂ ਦੀ ਵੀ ਉਸੇ ਤਰ੍ਹਾਂ ਦੀ ਹੈ। ਬਿਲਕੁਲ ਜੀ, ਪਹਿਲਵਾਨ ਆ ਰਹੇ ਨੇ, ਆਏ ਵੀ ਨੇ, ਕੱਲ ਕੁਝ ਵਾਪਸ ਗਏ ਨੇ, ਕੁਝ ਆ ਰਹੇ ਨੇ, ਤੇ ਇਹ ਲਗਾਤਾਰ ਸਾਰਾ ਕੰਮ ਚੱਲ ਰਿਹਾ ਜੀ। ਦੁਆਬੇ ਤੋਂ ਪਹਿਲਵਾਨ ਨੇ, ਮਾਲਵੇ ਤੋਂ, ਮਾਝੇ ਤੋਂ, ਸਾਰੇ ਪਹੁੰਚ ਰਹੇ ਨੇ ਜੀ। ਤੁਸੀਂ ਵੀ ਡਟੇ ਹੋ ਐਂਡ ਤੱਕ ਇੱਥੇ? बिल्कुल जी, बिल्कुल नाल है जी। कानून लेकर जाएंगे, एंड तक नहीं, कानून को वापस करवा कर जाएंगे, ना तो घर पर जाएंगे नहीं। क्या शक्ल दिखाएंगे घर पर जाकर? जब कानून वापस करवाने आए तो यहाँ मरेंगे या मारेंगे, वापस नहीं जाएंगे। अपनी औलाद का भविष्य खराब करके नहीं जाएंगे। ਬਹੁਤ ਬਹੁਤ ਧੰਨਵਾਦ ਜੱਸੇ ਪੱਟੀ। ओके जी, धन्यवाद जी। ਇਹ ਸਨ ਪੰਜਾਬ ਦੇ ਵੱਡੇ ਪਹਿਲਵਾਨ ਜੱਸਾ ਪੱਟੀ, ਦੁਨੀਆ ਭਰ ਦੇ ਵਿੱਚ ਨਾਂ ਹੈ। ਉਹ ਵੀ ਕਹਿ ਰਹੇ ਨੇ, ਇਸ ਗੱਲ ਦਾ ਦਾਅਵਾ ਜੱਸਾ ਪੱਟੀ ਨੇ ਵੀ ਕੀਤਾ ਹੈ ਕਿ ਜਦੋਂ ਤੱਕ ਕਾਨੂੰਨ ਖਤਮ ਨਹੀਂ ਲੈਂਦੀ ਸਰਕਾਰ, ਇਸੇ ਤਰ੍ਹਾਂ ਡਟੇ ਰਹਿਣਗੇ, ਇੱਥੇ ਹੀ ਰਹਿਣਗੇ। ਔਰ ਉਹਨਾਂ ਦੇ ਜਿਹੜੇ ਨਾਲ ਸਾਥੀ ਪਹਿਲਵਾਨ ਨੇ ਉਹ ਵੀ ਲਗਾਤਾਰ ਇੱਥੇ ਪਹੁੰਚਣਾ ਸ਼ੁਰੂ ਹੋ ਗਏ ਨੇ। ਆਉਂਦੇ ਦਿਨਾਂ ਦੇ ਵਿੱਚ ਉਹ ਕਹਿੰਦੇ ਨੇ ਕਿ ਹੋਰ ਬਹੁਤ ਸਾਰੇ ਪਹਿਲਵਾਨ ਵੀ ਇਸ ਕਿਸਾਨ ਧਰਨੇ 'ਚ ਸਮਰਥਨ ਦੇਣ ਦੇ ਲਈ ਪਹੁੰਚ ਰਹੇ ਨੇ। ਕੈਮਰਾਮੈਨ ਪਵਨ ਦੇ ਨਾਲ ਪਮਿਲ ਭਾਟੀਆ, ਦੈਨਿਕ ਸਵੇਰਾ, ਦਿੱਲੀ। ऑल वर्ल्ड ओपन चैलेंज 17-टाइम गोल्ड मेडलिस्ट मियां रफीक मोहम्मद, पंडित, मौलवी, बेगम, तांत्रिक, इन्हां चोरा ठग्गां तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटियां विच समाधान। फ्री 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 मियां रफीक मोहम्मद। मोबाइल 84 374 94 647, 84 374 94 648।